ਗੁਰਮੁਖ ਪ੍ਰੀਤ ਸਦਾ ਹੈ ਸਾਚੀ, ਸਤਿਗੁਰ ਤੇ ਮੰਗੋ ਨਾਮ ਅਜਾਚੀ। ਗੁਰਮੁਖਾਂ ਦੀ ਪ੍ਰੀਤ ਪਰਮੇਸ਼ਰ ਨਾਲ ਸਦਾ ਸੱਚੀ ਹੁੰਦੀ ਹੈ, ਕਿਉਂ ਸੱਚਾ ਪਰਮੇਸ਼ਰ ਹੈ ਤੇ ਗੁਰਮੁਖ ਸੱਚੇ ਨਾਲ ਪ੍ਰੀਤ ਕਰਦੇ ਨੇ। ਸਤਿਗੁਰ ਤੇ ਮੰਗੋ ਨਾਮ ਅਜਾਚੀ, ਸਤਿਗੁਰਾਂ ਤੋਂ ਮੈਂ ਪਰਮੇਸ਼ਰ ਦਾ ਨਾਮ ਮੰਗਦਾ ਹਾਂ, ਕਿਉਂਕਿ ਜਦੋਂ ਪਰਮੇਸ਼ਰ ਦਾ ਨਾਮ ਮਿਲ ਗਿਆ ਫਿਰ ਕਿਸੇ ਹੋਰ ਕੋਲ ਕੋਈ ਚੀਜ਼ ਮੰਗਣ ਦੀ ਲੋੜ ਹੀ ਨਹੀਂ ਰਹਿੰਦੀ। ਹੋ ਦਿਆਲ ਕਿਰਪਾ ਕਰ ਹਰ ਜਿਉ, रख लेवो गुरु शरणाई है। हे महाराज दयालु कृपालु, कृपा करो हर जियो, रख लेवो गुरु शरणाई है। सानू गुरां दी शरण च रख दो, ऐसी कृपा करो दयालु। परमेश्वर अगे बेनती करते हैं, सानू गुरां दी शरण च रख दो, क्योंकि अमृत रस सतगुर चो आया। गुरां दी क्यों संगत च रखना है, क्यों शरण च रखना है? क्योंकि अमृत रस सतगुर चो आया। सतगुर ਜਿਹੜੇ ਨੇ ਉਹ ਅੰਮ੍ਰਿਤ ਰਸ ਚੋਂ ਆਉਂਦੇ ਨੇ ਹਿਰਦੇ ਦੇ ਵਿੱਚ। 10ਵੇਂ ਦਵਾਰ ਪ੍ਰਗਟ ਹੋਇਆ ਆਇਆ, ਫਿਰ ਉਹ 10ਵੇਂ ਦਵਾਰ ਤੋਂ ਅੰਮ੍ਰਿਤ ਪ੍ਰਗਟ ਹੋ ਜਾਂਦਾ ਹੈ। ਤੇ ਅਨਹਦ ਸ਼ਬਦ ਵਜੇ ਧੁਨ ਬਾਣੀ, ਸਹਜੇ ਸਹਿਜ ਸਮਾਈ ਹੈ। ਅਨਹਦ ਸ਼ਬਦ ਵੱਜਦਾ ਜਦੋਂ ਹਿਰਦੇ 'ਚ ਅੰਮ੍ਰਿਤ ਚ ਹੁੰਦਾ, ਝਿਮ ਝਿਮ ਬਰਸੇ ਅੰਮ੍ਰਿਤ ਤਾਰਾ, ਮਨ ਪੀਵੇ ਸੁਨ ਸ਼ਬਦ ਵਿਚਾਰਾ। ਜਦੋਂ ਇਹਦਾ ਝਿਮਾ ਝਿਮ ਬਰਸਾਤ ਹੁੰਦੀ ਅੰਮ੍ਰਿਤ ਦੀ, ਫਿਰ ਅੰਦਰ ਅਨਹਦ ਸ਼ਬਦ ਸ਼ੁਰੂ ਹੋ ਜਾਂਦੇ ਨੇ। ਤਤ ਵਿਤ ਘਨ ਨਾਦ ਸੰਖ, ਇਹ ਪੰਜੋ ਅਨਹਦ ਸ਼ਬਦ ਜਿਹੜੇ ਨੇ ਉਹ ਵੱਜਣੇ ਸ਼ੁਰੂ ਹੋ ਜਾਂਦੇ। ਤੇ ਅਨਹਦ ਸ਼ਬਦ ਵਜੇ ਧੁਨ ਬਾਣੀ, ਸਹਜੇ ਸਹਿਜ ਸਮਾਈ ਹੈ। ਸਹਿਜ ਅਵਸਥਾ ਫਿਰ ਉਹ ਸਮਾ ਜਾਂਦੇ ਨੇ। ਜਿਨ ਕੋ ਕਰਤੇ ਧੁਰ ਲਿਖ ਪਾਈ, ਅਨਹਦ ਅੰਦਿਨ ਗੁਰ ਗੁਰ ਕਰਤ ਵਿਹਾਈ। ਜਿਸ ਤੇ ਕਰਤੇ ਪਰਮੇਸ਼ਰ ਨੇ ਧੁਰੋਂ ਹੀ ਲਿਖ ਦਿੱਤਾ ਪਿਛਲੇ ਜਨਮਾਂ ਦੇ ਸੰਸਕਾਰਾਂ ਦੇ ਮੁਤਾਬਕ। ਜਿਨ ਕੋ ਕਰਤੇ ਧੁਰ ਲਿਖ ਪਾਈ, ਧੁਰੋਂ ਹੀ ਉਹਦਾ ਲੇਖ ਲਿਖਿਆ ਆਇਆ ਉਹਦੇ ਪਿਛਲੇ ਕਰਮਾਂ ਦੇ ਮੁਤਾਬਕ। ਅੰਦਿਨ ਗੁਰ, ਫਿਰ ਰਾਤ ਦਿਨ ਗੁਰ ਗੁਰ ਕਰਤ ਵਿਹਾਈ। ਔਰ ਰਾਤ ਦਿਨ ਫਿਰ ਗੁਰੂ ਗੁਰੂ ਦਾ ਨਾਮ ਹੀ ਜਪਦੇ ਨੇ। ਬਿਨ ਸਤਿਗੁਰ ਕੋ ਸੀਜੇ ਨਾਹੀ, ਗੁਰ ਚਰਨੀ ਚਿਤ ਲਾਈ ਹੈ। ਸਤਿਗੁਰਾਂ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੁੰਦੀ, ਕਲਿਆਣ ਨਹੀਂ ਹੁੰਦੀ। ਗੁਰ ਚਰਨੀ ਚਿਤ ਲਾਈ, ਇਸ ਕਰਕੇ ਕਹਿੰਦੇ ਸੀ ਗੁਰਾਂ ਦੇ ਚਰਨਾਂ ਨਾਲ ਚਿੱਤ ਲਗਾਇਆ, ਕਿਉਂਕਿ ਗੁਰਾਂ ਦੇ ਬਿਨਾਂ ਮੁਕਤੀ ਨਹੀਂ ਹੁੰਦੀ। ਜਿਸ ਭਾਵੇ ਤਿਸ ਆਪੇ ਦੇ, ਜਿਹੜਾ ਨੂੰ ਪਾ ਜਾਏ ਪਰਮੇਸ਼ਰ ਨੂੰ, ਆਪਣੇ ਆਪ ਨਾਮਦਾਨ ਦੀ ਬਖਸ਼ਿਸ਼ ਕਰਦੇ ਨੇ। ਗੁਰਮੁਖ ਨਾਮ ਪਦਾਰਥ ਲੈ, ਔਰ ਗੁਰਮੁਖ ਜਿਹੜੇ ਨੇ ਉਹੀ ਪਰਮੇਸ਼ਰ ਦਾ ਨਾਮ ਪ੍ਰਾਪਤ ਕਰਦੇ ਨੇ। ਆਪੇ ਕਿਰਪਾ ਕਰੇ ਨਾਮ ਦੇਵੇ, ਨਾਨਕ ਨਾਮ ਸਮਾਈਏ। ਆਪੇ ਕਿਰਪਾ ਕਰਕੇ ਨਾਮਦਾਨ ਬਖਸ਼ਿਸ਼ ਕਰਦੇ ਨੇ ਤੇ ਉਹ ਨਾਮ ਦੇ ਵਿੱਚ ਹੀ ਜਾ ਕੇ ਸਮਾ ਜਾਂਦੇ ਨੇ। ਐਸੀ ਕਿਰਪਾ ਬਖਸ਼ਿਸ਼ ਉਹਨਾਂ ਤੇ ਹੁੰਦੀ ਹੈ, ਮੇਰਾਂ ਦੀ ਬਰਸਾਤ ਹੁੰਦੀ। ਜਿਨ ਕੋ ਕਰਤੇ ਧੁਰ ਲਿਖ ਪਾਈ, ਉਸ ਪਰਮਾਤਮਾ ਨੇ, ਅਕਾਲ ਪੁਰਖ ਨੇ ਧੁਰੋਂ ਹੀ ਜਿਹਨਾਂ ਦੇ ਲੇਖ ਲਿਖੇ ਹੋਏ ਨੇ, ਜਿਨ੍ਹਾਂ ਨੇ ਸਿਮਰਨ ਹੀ ਕਰਨਾ, ਸੇਵਾ ਹੀ ਕਰਨੀ ਹੈ, ਪਰਮੇਸ਼ਰ ਦਾ ਦਰਸ਼ਨ ਹੀ ਕਰਨਾ ਹੈ, ਕਹਿੰਦੇ ਉਹਨਾਂ ਦਾ ਫਿਰ ਧੁਰੋਂ ਹੀ ਲੇਖ ਲਿਖਿਆ ਹੁੰਦਾ। ਫਿਰ ਰਾਤ ਦਿਨ ਉਹ ਗੁਰੂ ਦਾ ਜਾਪ ਹੀ ਕਰਦੇ ਨੇ। ਗੰਗਾ ਸਾਗਰ ਦੀ ਇੱਕ ਕਛੂਆ ਹੈ, ਔਰ ਸੰਤ ਮੰਡਲੀਆਂ ਉੱਥੇ ਆਉਂਦੀਆਂ ਨੇ ਤੇ ਕਛੂਆ ਸਤਸੰਗ ਸੁਣਦਾ ਬੈਠ ਕੇ। ਪਿਛਲੇ ਜਨਮਾਂ ਦੇ ਸੰਸਕਾਰ ਨੇ। ਕਛੂਏ ਦਾ ਜਨਮ ਮਿਲਿਆ, ਲੇਕਿਨ ਗਿਆਨ ਹੈ, ਪਿਛਲੇ ਜਨਮ ਦਾ ਗਿਆਨ ਹੈ ਕਿ ਪਰਮੇਸ਼ਰ ਦਾ ਨਾਮ ਹੀ ਕਲਿਆਣ ਕਰਨ ਵਾਲਾ ਹੈ। ਇਸ ਕਰਕੇ ਜਦੋਂ ਵੀ ਉਹਦੇ ਸੰਤਾਂ ਮਹਾਂਪੁਰਸ਼ਾਂ ਨੇ ਆਉਣਾ ਗੰਗਾ ਸਾਗਰ ਤੀਰਥ ਦੇ ਉੱਪਰ, ਸਤਸੰਗ ਹੋਣਾ, ਉਹਦੇ ਕੀਰਤਨ ਹੋਣਾ, ਤੇ ਕਛੂਏ ਨੇ ਉੱਤੇ ਬੈਠ ਕੇ ਸੁਣਦੇ ਰਹਿਣਾ। ਇਹਦੇ ਪ੍ਰਸੰਗ 'ਚ ਆਇਆ ਵੀ ਮਹਾਰਾਜ ਦੇ ਚਰਨਾਂ ਨਾਲ ਜਿਹੜਾ ਪਿਆਰ ਕਰ ਲੈਂਦਾ, ਦਰਸ਼ਨ ਕਰ ਲੈਂਦਾ, ਨਿਹਾਲ ਹੋ ਜਾਂਦਾ। ਇਹਦੇ ਮਨ 'ਚ ਬੜੀ ਇੱਛਾ ਹੋਈ ਵੀ ਮੈਂ ਵੀ ਮਹਾਰਾਜ ਦੇ ਦਰਸ਼ਨ, ਚਰਨਾਂ ਦੇ ਦਰਸ਼ਨ ਕਰਾਂ। ਹੁਣ ਕਿੱਥੇ ਕਰੀਏ ਦਰਸ਼ਨ? ਹੁਣ ਕਛੂਏ ਦੇ ਇੱਕ ਮਹਾਂਪੁਰਸ਼ ਜਿਹੜੇ ਸਨ ਆਤਮ ਗਿਆਨੀ,
ਉਹਨਾਂ ਕੋਲ ਸਵਾਲ ਕਰ ਦਿੱਤਾ। ਆਤਮ ਗਿਆਨੀ ਨੇ, ਸਭ ਜਾਣਦੇ ਨੇ, ਬੋਲੀ ਉਹ ਸਮਝ ਗਏ। ਇੱਕ ਕਛੂਆ ਕਹਿੰਦਾ, ਮੈਨੂੰ ਮਹਾਰਾਜ ਦੇ ਚਰਨਾਂ ਦੇ ਦਰਸ਼ਨ ਕਿੱਦਾਂ ਹੋਣ, ਕਿੱਥੇ ਮਿਲਾਂ, ਕਿੱਥੇ ਰਹਿੰਦੇ ਨੇ? ਉਹ ਸੰਤ ਕਹਿਣ ਲੱਗੇ, ਵੈਸੇ ਤਾਂ ਪਰਮਾਤਮਾ ਹਰ ਜਗ੍ਹਾ ਰਹਿੰਦੇ ਨੇ, ਜਰੇ ਜਰੇ 'ਚ ਰਹਿੰਦੇ ਨੇ, ਪਰ ਜੇ ਚਰਨਾਂ ਦੇ ਦਰਸ਼ਨ ਕਰਨੇ ਤਾਂ ਖੀਰ ਸਾਗਰ 'ਚ ਰਹਿੰਦੇ ਨੇ, ਸ਼ੇਸ਼ਨਾਗ ਦੇ ਸਈਆਂ ਦੇ ਉੱਪਰ ਆਰਾਮ ਕਰਦੇ ਨੇ। ਲక్ష్ਮੀ ਮਾਤਾ ਉਹਨਾਂ ਦੀ ਸੇਵਾ 'ਚ ਰਹਿੰਦੀ ਹੈ। ਦਰਸ਼ਨ ਕਰਨਾ ਚਾਹੁੰਦੇ ਤਾਂ ਚਲਾ ਜਾ। ਕਛੂਏ ਦੀ ਚਾਲ ਹੈ, ਚੱਲ ਪਿਆ ਆਸਤੇ ਆਸਤੇ, ਨਾਮ ਜਪਦਾ ਜਾਂਦਾ, ਚੱਲਦਾ ਜਾਂਦਾ। ਆਖਰ ਕਸ਼ੀਰ ਸਾਗਰ ਪਹੁੰਚ ਗਏ। ਹੁਣ ਚਾਲ ਉਧਰ ਚੱਲ ਪਈ ਕਸ਼ੀਰ ਸਾਗਰ ਵੱਲ, ਜਿੱਥੇ ਭਗਵਾਨ ਵਿਸ਼ਨੂੰ ਸ਼ੇਸ਼ਨਾਗ ਦੀ ਸਈਆ ਤੇ ਆਰਾਮ ਫਰਮਾ ਰਹੇ ਨੇ, ਯੋਗ ਨਿਦਰਾ 'ਚ ਜੁੜੇ ਹੁੰਦੇ ਨੇ, ਉਸ ਅਕਾਲ ਪੁਰਖ ਨਾਲ ਜੁੜੇ ਯੋਗ ਨਿਦਰਾ। ਇਹ ਕਛੂਆ ਜਾ ਪਹੁੰਚਿਆ ਉੱਥੇ, ਲక్ష్ਮੀ ਜੀ ਚਰਨਾਂ ਦੀ ਸੇਵਾ ਕਰ ਰਹੀ ਨੇ, ਸ਼ੇਸ਼ਨਾਗ ਆਨੰਦ ਲੈ ਰਿਹਾ ਕਿ ਭਗਵਾਨ ਯੋਗ ਨਿਦਰਾ 'ਚ ਨੇ। ਕਛੂਏ ਨੇ ਯਤਨ ਕੀਤਾ ਵੀ ਮੈਂ ਭਗਵਾਨ ਦੇ ਚਰਨਾਂ 'ਚ ਨਮਸਕਾਰ ਕਰ ਲਵਾਂ, ਦਰਸ਼ਨ ਕਰਨਾ ਚਰਨਾਂ ਦੇ ਅੱਗੇ ਹੋ ਕੇ ਤੇ ਨਮਸਕਾਰ ਕਰ ਦਵਾਂ। ਜਿਉਂ ਹੀ ਕਛੂਆ ਅੱਗੇ ਹੋਇਆ, ਲక్ష్ਮੀ ਜੀ ਨੇ ਮਨਾ ਕਰਤਾ, ਉਹ ਸ਼ੇਸ਼ਨਾਗ ਨੇ ਮਨਾ ਕਰ ਦਿੱਤਾ, ਅੱਗੇ ਨਹੀਂ ਆਉਣਾ। ਕਛੂਆ ਸੋਚਦਾ ਵੀ ਮੈਂ ਤੇ ਕਿੰਨੀ ਮਿਹਨਤ ਕਰਕੇ ਸੰਤਾਂ ਨੇ ਮਾਰਗ ਦੱਸੇ ਤੇ ਮੈਂ ਪਹੁੰਚਿਆ, ਤੇ ਹੁਣ ਮੈਨੂੰ ਮਨਾ ਕਰ ਰਹੇ ਨੇ, ਤੇ ਮੈਂ ਵੀ ਇੱਥੇ ਬੈਠਾ ਬਸ। ਉਹਦੇ ਬੈਠੇ ਬੈਠੇ ਦੂਰੋਂ ਦਰਸ਼ਨ ਕਰਦੇ ਕਰਦੇ ਉਹਦਾ ਸਰੀਰ ਛੁੱਟ ਗਿਆ, ਤੇ ਮਨ 'ਚ ਇਹ ਇੱਛਾ, ਮੈਂ ਪ੍ਰਭੂ ਆਪ ਦੇ ਦਰਸ਼ਨ ਕਰਨੇ ਚਰਨਾਂ ਦੇ, ਔਰ ਚਰਨ ਧੋਣ ਦੀ ਇੱਛਾ, ਆਪ ਦੇ ਚਰਨਾਂ ਨੂੰ ਮੈਂ ਸੇਵਾ ਕਰਨੀ, ਚਰਨਾਂ ਦੀ, ਆਪ ਚਰਨਾਂ ਨੂੰ ਪ੍ਰਖਾਰਨਾ ਨੇ, ਮੈਂ ਚਰਨ ਧੋੜੇ ਨੇ, ਆਪ ਦੇ ਚਰਨਾਂ ਅੰਮ੍ਰਿਤ ਲੈਣਾ, ਇਹ ਇੱਛਾ ਹੈ। ਇਸ ਇੱਛਾ ਨੂੰ ਲੈ ਕੇ ਹੀ ਸਰੀਰ ਛੱਡ ਦਿੱਤਾ। ਹੁਣ ਇਹ ਪਿਛਲਾ ਜਨਮ ਦਾ ਕਰਮ ਚੱਲਦਾ ਪਿਆ, ਜਿਨ ਕੋ ਕਰਤੇ ਧੁਰ ਲਿਖ ਪਾਈ, ਉਹਨਾਂ ਦੇ ਕਰਮ ਲਿਖਿਆ ਗਿਆ ਵੀ ਇਹਨੇ ਭਗਵਾਨ ਦੇ ਚਰਨਾਂ ਨੂੰ ਤੋੜਨਾ, ਚਰਨਾਮਤ ਲੈਣਾ। ਤੋ ਤ੍ਰੇਤਾ ਯੁੱਗ 'ਚ ਫਿਰ ਆਏ, ਇਹ ਕੇਵਟ ਬਣੇ ਨੇ। ਹੁਣ ਭਗਵਾਨ ਰਾਮ ਜਾ ਰਹੇ ਨੇ ਬਨਵਾਸ ਦੇ ਵਿੱਚ, ਨਦੀ ਪਾਰ ਕਰਨੀ ਹੈ, ਤੇ ਕੇਵਟ ਦੇ ਮਲਾਹ ਬਣ ਕੇ ਬੈਠਾ ਹੈ, ਇਹ ਕਛੂਆ ਹੈ। ਭਗਵਾਨ ਰਾਮ ਕਹਿਣ ਲੱਗੇ ਵੀ ਅਸੀਂ ਨਦੀ ਪਾਰ ਜਾਣਾ, ਸਾਨੂੰ ਉੱਥੇ ਛੱਡ। ਕਹਿੰਦਾ ਮੈਂ ਪਹਿਲੇ ਤੁਹਾਡੇ ਚਰਨ ਧਵਾਂਗਾ ਤੇ ਫਿਰ ਲੈ ਜਾਵਾਂਗਾ। ਐਸਾ ਕਿਉਂ? ਕਹਿੰਦੇ ਮਹਾਰਾਜ ਤੁਹਾਡੇ ਚਰਨਾਂ 'ਚ ਕੋਈ ਜਾਦੂ ਹੋ ਸਕਦਾ, ਮੈਂ ਸੁਣਿਆ ਤੁਸੀਂ ਉੱਥੇ ਪੱਥਰ ਨੂੰ ਚਰਨ ਛੁਆਏ ਨੇ, ਤੇ ਪੱਥਰ ਇੱਕ ਇਸਤਰੀ ਬਣ ਕੇ ਉੱਡ ਗਿਆ ਆਕਾਸ਼, ਕਿਤੇ ਮੇਰੀ ਨਾਵ ਨਾ ਉੱਡ ਜਾਵੇ, ਕਿਉਂਕਿ ਮੈਂ ਗ੍ਰਸਤੀ ਹਾਂ ਤੇ ਮੇਰੇ ਪਰਿਵਾਰ ਦਾ ਗੁਜ਼ਾਰਾ ਇਸੇ ਨਾਲ ਚੱਲਦਾ, ਇਸ ਕਰਕੇ ਮੈਂ ਤੁਹਾਡੇ ਪਹਿਲੇ ਚਰਨ ਧਵਾਂਗਾ ਚੰਗੀ ਤਰ੍ਹਾਂ, ਫਿਰ ਨਾਵ 'ਚ ਬਿਠਾਵਾਂਗਾ। ਹੁਣ ਕੀ ਜਵਾਬ ਦੇ ਸਕਦੇ ਨੇ? ਲక్ష్మణ ਕੋਲ ਖੜੇ ਨੇ, ਸੀਤਾ ਖੜੇ ਨੇ, ਲక్ష్ਮੀ ਰੂਪ, ਤੇ ਲక్ష్మణ ਸ਼ੇਸ਼ਨਾਗ ਖੜੇ ਨੇ। ਇਹਨੇ ਮਨਾ ਕੀਤਾ ਸੀ, ਉਹ ਸਾਹਮਣੇ ਦੇਖਦੇ ਪਏ ਨੇ, ਔਰ ਭਗਵਾਨ ਕਹਿਣ ਲੱਗੇ ਠੀਕ ਹੈ। ਲਿਆਏ ਪ੍ਰਾਤ, ਭਗਵਾਨ ਦੇ ਚਰਨ ਧੋ ਰਹੇ ਨੇ, ਬੜੇ ਪਿਆਰ ਨਾਲ ਚਰਨ ਧੋ ਕੇ, ਚਰਨਾਮਤ ਆਪ ਲਿਆ, ਆਪਣੀ ਘਰ ਵਾਲੀ ਨੂੰ ਦਿੱਤਾ, ਕਹਿੰਦੇ ਘਰ ਛਿੜਕ ਦੇ, ਸਾਰਾ ਘਰ ਪਵਿੱਤਰ ਕਰ ਦੇ। ਚਰਨ ਉਹ ਦੇਖ ਕੇ ਹੈਰਾਨ ਵੀ, ਅਸੀਂ ਸੋਚੇ ਚਰਨ ਧੋਣੇ ਨੇ ਕੁਛ, ਕਹਿੰਦੇ ਪ੍ਰਭੂ ਤੁਹਾਡੇ ਚਰਨਾਂ ਨਾਲ ਕੋਈ ਜਾਦੂ ਲੱਗਾ। ਸਮਝ ਆਏ ਚਰਨ ਅੰਮ੍ਰਿਤ ਲੈਣੇ ਦੇ ਵਾਸਤੇ ਇਸ ਤਰ੍ਹਾਂ ਨੇ ਕੀਤਾ। ਹੁਣ ਪਾਰ ਲੈ ਗਏ, ਤੇ ਭਗਵਾਨ ਆਪਣੀ ਮੁੰਦਰੀ ਦੇਣ ਲੱਗੇ, ਕਹਿੰਦੇ ਮੈਨੂੰ ਨਹੀਂ ਚਾਹੀਦਾ। ਕੀ ਗੱਲ ਬਈ, ਥੋੜਾ ਸਮਝੇ। ਲੇਕਿਨ ਕਹਿੰਦਾ ਨਹੀਂ, ਮੈਂ ਉਤਰਾਈ ਤਾਂ ਲਵਾਂਗਾ ਤੁਹਾਡੇ ਜ਼ਰੂਰ, ਪਰ ਉਤਰਾਈ ਇਹ ਲਵਾਂਗਾ ਵੀ ਮੈਂ ਜਦ ਭਾਵ ਸਾਗਰ ਪਾਰ ਕਰਨਾ ਹੋਵੇ ਤਾਂ ਤੁਸੀਂ ਉਸ ਵੇਲੇ ਮੈਨੂੰ ਪਾਰ ਕਰ ਦੇਣਾ, ਮੈਂ ਤੁਹਾਨੂੰ ਇੱਥੋਂ ਪਾਰ ਕੀਤਾ, ਬਸ ਇਹ ਚਾਹੁੰਦਾ ਮੈਂ। ਜਦ ਭਾਵ ਸਾਗਰ ਤੇ ਆਵਾਂ ਤੇ ਤੁਸੀਂ ਮੈਨੂੰ ਉੱਥੋਂ ਪਾਰ ਕਰਨਾ।
ਭਗਵਾਨ ਕਹਿੰਦੇ ਵੀ ਉਹ ਤਾਂ ਗੱਲ ਠੀਕ ਹੈ, ਲੇਕਿਨ ਮੈਂ ਕਿਸੇ ਦਾ ਉਧਾਰ ਰੱਖਦਾ ਨਹੀਂ, तो मेरे चरण तो मैं तेरे चरण तो होवांगा जरूर। मैं नहीं उधार रखता। बाली ਨੂੰ मैं तीर मारिया, बदले च मैं भी तीर लिया, तो मैं हिसाब किताब चुकता करता। तो मेरे चरण तो ये उतराई लै नहीं रहा कुछ भी, ਇਹਦਾ मतलब मैं भी तेरे चरण तो होवांगा। ਇਹ भगवान की गल भगवान जानते हैं भी किस तरह समझन भी की गल समझ की है। हम भगवान राम पार हो गए, मित्र करके बुलाते ने मित्र, क्योंकि ਜਦੋਂ ਪੜ੍ਹਦੇ ਰਹੇ ਨੇ ਉਸ ਵੇਲੇ ਕੇਵਟ ਵੀ ਉੱਥੇ ਪੜ੍ਹਦਾ ਸੀ, ਭਗਵਾਨ ਰਾਮ ਜਿੱਥੇ ਪੜ੍ਹਦੇ ਸਨ। ਹੁਣ ਅਗਲਾ ਜਨਮ ਦੁਆਪਰ ਦਾ ਯੁੱਗ ਸ਼ੁਰੂ ਹੋ ਗਿਆ। भगवान कृष्ण बन के आ गए और रुक्मणी जी, लक्ष्मी जी रुक्मणी बन गए और शेष नागुण बलराम बने दे ने, द्वारका के राजा बने दे ने। उन्होंने मित्र किया ਸੀ, ਹੁਣ ਮਿੱਤਰ ਆ ਗਏ ਸੁਦਾਮਾ। ਇਹ ਸੁਦਾਮਾ ਮਿੱਤਰ ਹੈ ਭਗਵਾਨ ਦਾ ਬਚਪਨ ਦਾ। ਜਦੋਂ ਭਗਵਾਨ ਕ੍ਰਿਸ਼ਨ ਪਹਿਲੀ ਵਾਰ ਗਏ ਸਨ ਸੰਦੀਪ ਰਿਸ਼ੀ ਦੇ ਆਸ਼ਰਮ 'ਚ ਪੜ੍ਹਨ ਵਾਸਤੇ, ਉਸ ਵੇਲੇ ਸੁਦਾਮਾ ਰਸਤੇ 'ਚ ਮਿਲਿਆ ਸੀ। ਸੁਦਾਮੇ ਨੂੰ ਕੰਡਾ ਚੁਭਿਆ ਹੋਇਆ ਸੀ, ਬ੍ਰਾਹਮਣ ਹੈ, ਤੇ ਰੋ ਰਿਹਾ ਸੀ ਕੰਡੇ ਤੋਂ ਦੇਖ ਕੇ ਕਿ ਡਰਦਾ ਪਿਆ ਸੀ, ਕੰਡਾ ਹੀ ਨਹੀਂ ਕੱਢ ਸਕਦਾ ਸੀ। ਇੰਨਾ ਡਰ ਗਿਆ ਕੰਡੇ ਤੋਂ ਵੀ ਕੰਡਾ ਚੁਭਿਆ, ਕੰਡਾ ਕੱਢਦਾ ਨਹੀਂ ਪਿਆ, ਡਰਦਾ ਰੋਂਦਾ ਪਿਆ। ਭਗਵਾਨ ਕ੍ਰਿਸ਼ਨ ਰੱਥ ਤੋਂ ਛਾਲ ਮਾਰੀ, ਇੱਕਦਮ ਗਏ ਸੁਦਾਮਾ ਕੋਲ। ਕੀ ਹੋਇਆ ਮਿੱਤਰ? ਦੇਖਿਆ ਕੰਡਾ ਚੁਭਿਆ ਤੇ ਤਾਂ ਰੋਂਦਾ ਪਿਆ ਸੁਦਾਮਾ। ਇੱਕਦਮ ਕੰਡਾ ਭਗਵਾਨ ਨੇ ਕੱਢਤਾ ਔਰ ਆਪਣੇ ਪਰਨੇ ਦਾ ਹੀ ਉਸ 'ਤੇ ਪੱਟੀ ਬਣਾ ਕੇ ਲਾ ਔਰ ਆਪਣੇ ਰੱਥ ਸਵਾਰ ਕਰਕੇ ਲੈ ਆਏ। ਤਾਂ ਤੋਂ ਮਿੱਤਰ ਬਣ ਗਿਆ ਸੁਦਾਮਾ। और मित्र भी लंगोटिया यार बन गया, हर वेले नाल रहने वाला। और जब मथुरा के राजा बने भगवान कृष्ण, कि हम सुदामा जी मिलन आए ने, मिलत अवस्था है, चले ने द्वारका मिलन वास्ते, घरवाली ने भेजा होया। और बाहर निकले, थोड़ी दूर गए, उत्थे डंडा पकड़िया। पुछते ने एक बंदे तो भी द्वारका किन्नी क दूर है। सुदामा ने हाल देख के कहने लगा इस जन्म च नहीं पहुंचन लगे, कि डंडा लैके तुम तुरे द्वारका, इस जन्म च नहीं पहुंच सकते, इन्नी दूर है। जदे बिरध बंदा रस्ते च चढ़ाई कर जाने ने। सुदामा बड़े उदास से हो गए, बंदा कहता इस जन्म च नहीं पहुंचन लगे। थोड़ी देर गए, कोई नहीं, देखते हैं प्रभु की लीला। और भगवान याद करते एक पेड़ के थले बैठ के थक गए बड़े, सोचते ने कहते बड़ी दूर द्वारका है, किदा पहुंचा जाए। ये सोचते सोचते नींद आ गई, पेड़ के थले बैठे बैठे सो गए। भगवान भी लीलाधारी ने भेजा कर उठा लिया, उसने उठा के ते द्वारका पहुंचा दिता। समुद्र दूजे पासे द्वारका वेट है, उरले पासे द्वारका है, बीच समुद्र आंदा। तो कह लगे जब नेत्र खोले केड़ी जगह है भाई, कहते द्वारका है। बड़े हैरान हो सुदामा, कहते वो बंदा कहता इस उम्र इस जन्म च नहीं पहुंचन लगे, द्वारका तो नेड़े ही है, मैं सवेरे चलिया हूँ पहुंच भी गया, ये तो बहुत नज़दीक है। जो बंदा कहता इस जन्म च नहीं पहुंचना। पता किया भगवान कृष्ण के महल, कहते जी वो सामने द्वारका वेट, समुद्र टप के जाना पेगा। किदा जाइए, किश्ती जाना पेगा। किश्ती ते बैठे, मला कहते उतराई दो। उतराई तो मेरे को है कुछ नहीं, कोई चीज़ भी नहीं, छोटे बड़े पुराने कपड़े पाए ने, देन जोगा कुछ भी नहीं। भगवान कहते मैं तो नहीं लेंदा बिना दिते। भगवान मलाह बन के आए उन्हें। भगवान कृष्ण कहते कुछ मिलेगा ना, उतराई दोगे तो ही ले जावांगे किश्ती बिठा के। सुदामा कहते मेरे को है ही कुछ नहीं, ये कुछ तो होएगा ना, खाली कोई नहीं होता।
ਸੁਦਾਮਾ ਕਹਿੰਦੇ ਨੇ ਮੇਰੇ ਕੋਲ ਦਰਿਦਰਤਾ ਹੈ, ਬਸ ਗਰੀਬੀ ਹੈ, ਕੁਝ ਵੀ ਨਹੀਂ ਹੋਰ, ਗਰੀਬੀ ਹੈ। ਕਈ ਦਿਨ ਫਾਕੇ ਲੱਗ ਜਾਂਦੇ ਨੇ, ਖਾਣ ਨੂੰ ਕੁਛ ਮਿਲਦਾ ਨਹੀਂ, ਦਰਿਦਰਤਾ ਹੈ ਮੇਰੇ ਕੋਲ। ਭਗਵਾਨ ਕਹਿੰਦੇ ਚਲੋ ਦਰਿਦਰਤਾ ਹੀ ਦੇ ਦਿਓ। ਐਸੇ ਭਗਵਾਨ ਨੇ ਉਹਦੀ ਦਰਿਦਰਤਾ ਹੀ ਲੈ ਲਈ ਸਾਰੀ, और भगवान ने बिठाया किश्ती ते लैके द्वारका बेट। ਉਹਦੇ ਹੁਣ ਮਿਲਨ ਹੋਇਆ, ਛੱਡ ਸਿੰਘਾਸਨ ਹਰ ਜੀ ਆਏ। ਪਤਾ ਲੱਗਾ ਸੁਦਾਮਾ ਹੈ ਭਗਵਾਨ ਸਿੰਘਾਸਨ ਛੱਡ ਕੇ ਨੰਗੇ ਪੈਰ ਦੌੜ ਕੇ ਮਿਲਣ ਵਾਸਤੇ। द्वारपाला ने अंदर आन नहीं दिता ਸੀ, ਬਾਹਰ ਹੀ ਸੀ। दौड़े गए, भगवान का परना भी राज ही डिग गया, पता नहीं लगा कितने डिग गया। ऐसे दौड़े गए मित्र से मिलन वास्ते। अगे जाके मिले, गलबकड़ी पा के मिले, लैके आए नाल जप्पी पा के, अपने सिंघासन से बिठा दिता। हुण हुक्म किया राणियां नूं, 16,108 राणियां ने भगवान कृष्ण दी, जाओ भी जल लियाओ अपने मित्र के चरण धोइए। हुण ये बदला कर लगे ने भगवान कृष्ण। कहते मैं उतराई मैं जरूर करांगा, हिसाब मैं चुकता रख देवां, तू मेरे चरण धोए मैं तेरे चरण धोने ने। ये वैसे भगवान के कौतक ने। और फिर ले जल, भगवान कृष्ण चरण तो आते पे ने, नाल चरनामत भी लै रहे, जिदा केवट ने लिया सी चरनामत। नाल सारे राणी ने कहा तुसीं भी चरनामत लो, सारे महल छिड़क दो, पवित्र कर दो। मेरे मित्र आए ने सुदामा, इस तरह प्रसन्न हो गए। ये मित्र ने भगवान दे, जिहड़े कि भगवान के आराधक ने, सेवक ने। इस तरह के नाल सुदामा ने विदा किया। फिर विदा करन लगे भी कहन लगे फिर रस्ते को लुट ना लवे, नवे कपड़े पाए ने उतार दिओ, पहले कपड़े पा लो। सुदामा सोचने चंगा मित्र है, दिता तो कुछ भी नहीं। तो सुशीला पूछेगी की लियाओ, की जवाब देवांगा मैं जाके घर वाली नूं। फिर कहांगा रस्ते लुट लिया मैनू किसी डाकुआ ने, दिता तो बड़ा कुछ सी पर राह च ही लुट लिया। फिर सोचते झूठ किदां बोलना है, होर बहाना लाइए। भाई बहाने सोचते चलते पे ने भी की बहाना लावांगे, घर वाली नूं की बोलांगे, मित्र ने की दिता, मित्र ने खाली भेज दिता, सब बोलेंगे। बड़ी तरह की सोचा सोचते सोचते पहुंच गए। भगवान ने फिर हुक्म किया जाओ छो भाई सुदामा नूं। सुदामा उसी तरह ही पहुंच भी गए। बाहर ही खड़े ने, बड़ा सारा आलीशान मकान बने हुए, सारा ही नगर बदल गया हुआ। क्यों विश्वकर्मा जी ने भेजा सी जाओ सुंदर महल बना के आओ सुदामा दे। विश्वकर्मा जी जब पहुंचे, घर वाली नूं मिले सुदामा जी दी, दस्या भी भगवान ने मैनूं भेजा ते सुंदर महल बनाने ने। कहते साडा ही कल्ला बनाना है कि सारे? कहते नहीं तुहाडे कल्ले वास्ते हुक्म है। कहते नहीं फिर नहीं बनाना, साढ़े मन च हंकार आ जाएगा भी साढ़ा एडा आलीशान मकान है, जे सारियां दे बनाने ने तां बनाओ, नहीं तो नहीं बनाना। विश्वकर्मा जी जाके भगवान को पहुंचे, कहते महाराज इस तरह उन्होंने पत्नी कहती, जिदा वो कहते उदा कर दे। वो सारा ही नगर ही वधिया बनाता, सारे महल बन गए। कहते जे मेरा कल्ले दा बन गया तो मेरे मन च हंकार हो जाएगा, इस करके मेरा कल्ले दा नहीं बनाना। ऐसे भगत होंगे ने परमेश्वर के प्यारे। दूजा हो तो कहे नहीं जी मेरा वधिया बनाओ तो घटिया बनाओ, लेकिन वो कहते सब बराबर बनाओ। तो नगर ही स्वायमान हो गया। दामा घर पहुंचे तो देखते ने, कहते ਉਹਦੀ चोरी की आदत गई नहीं, सारे काम चोरी करता शुरू तो ही। ऐसा चित चोर है, मन भी चोरी कर लेंदा। सारे दे मन उन्हें चोरी किए सन, चित चोर कहते इस करके उसने सारे काम चोरी करता है। मैनू भी चोरी एडा कुछ देता उन्हें, मैनू तो कुछ नहीं दिता, कोई नहीं कपड़े च वापस भेज दिता। एडे सुंदर महल बनाते, अंदर सारे सुख के साधन जुटा दिते। ऐसी बख्शिश रहमत की, इसलिए कहते जिन को करते दुर्लिख पाई।
ਉਸ ਅਕਾਲ ਪੁਰਖ ਨੇ ਜਿਨ੍ਹਾਂ ਦੇ ਧੁਰੇ ਲਿਖ ਧੁਨੋਂ ਲਿਖ ਦਿੱਤਾ ਹੈ, ਜਿਨ੍ਹਾਂ ਦੇ ਕਰਮ ਲਿਖ ਦਿੱਤੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਨਾ। ਅੰਧਨ ਗੁਰ ਗੁਰ ਕਰਤ ਵਿਹਾਈ, ਰਾਤ ਦਿਨ ਫਿਰ ਗੁਰੂ ਦਾ ਨਾਮ ਜਪਦੇ ਨੇ, ਏਦਾਂ ਆਪਣਾ ਜੀਵਨ ਬਤੀਤ ਕਰਦੇ ਨੇ। ਬਿਨ ਸਤਿਗੁਰੂ ਕੋ ਸੀਜੇ ਨਹੀਂ, ਬਿਨਾਂ ਸਤਿਗੁਰਾਂ ਦੇ ਕਿਸੇ ਦੀ ਮੁਕਤੀ ਨਹੀਂ ਹੁੰਦੀ। ਗੁਰ ਚਰਨੇ ਚਿਤ ਲਾਈ ਹੈ, ਕਿਉਂਕਿ ਉਹਨਾਂ ਨੇ ਗੁਰੂ ਦੇ ਚਰਨਾਂ ਨਾਲ ਚਿੱਤ ਲਗਾਇਆ ਹੁੰਦਾ ਹੈ।